ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਤੁਹਾਡੇ ਨਾਲ ਨਵਦੀਪ ਕੌਰ। ਬੀਤੇ 2-3 ਦਿਨਾਂ ਤੋਂ ਇੱਕ ਮੁੱਦਾ ਲਗਾਤਾਰ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ। ਗਰਮਾਉਣ ਦਾ ਕਾਰਨ ਇਹ ਹੈ ਕਿਉਂਕਿ ਉਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ ਬਜ਼ੁਰਗ ਮਾਂ ਜਿਸ ਦੀ ਤੜਫ ਕੇ ਜਾਨ ਜਾਂਦੀ ਹੈ, ਸਿਰ ਦੇ ਵਿੱਚ ਉਸਦੇ ਕੀੜੇ ਪੈ ਚੁੱਕੇ ਸਨ, ਪਰ ਪੁੱਤਾਂ ਦੇ ਵੱਲੋਂ ਉਸਦੀ ਕੋਈ ਸਾਰ ਨਹੀਂ ਲਈ ਜਾਂਦੀ। ਅਖੀਰ ਦੇ ਵਿੱਚ ਅੰਤਿਮ ਚਰਨ ਦੇ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਵਿੱਚ ਇੱਕ ਪੁੱਤ ਜੋ ਅਫਸਰ ਹੁੰਦਾ ਹੈ ਉਹ ਪਹੁੰਚਦਾ ਹੈ, ਉਸਦੇ ਵੱਲੋਂ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰਾਇਆ ਜਾਂਦਾ ਹੈ ਤੇ ਨਾਲ ਹੀ ਇਲਜ਼ਾਮ ਵੀ ਇਹ ਲੱਗਦੇ ਨੇ ਕਿ ਆਖਿਰ ਉਹਨਾਂ ਪੁੱਤਾਂ ਦੇ ਵੱਲੋਂ ਧੱਕੇ ਨਾਲ ਜ਼ਬਰਦਸਤੀ ਦਬਾਅ ਕਰਕੇ ਛੇਤੀ ਤੋਂ ਛੇਤੀ ਸੰਸਕਾਰ ਕੀਤਾ ਜਾਂਦਾ ਹੈ ਤੇ 3 ਘੰਟਿਆਂ ਦੇ ਦਰਮਿਆਨ ਹੀ ਅਸਥੀਆਂ ਚੁੱਕ ਲਈਆਂ ਜਾਂਦੀਆਂ। ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਉਸ ਬਜ਼ੁਰਗ ਮਾਂ ਦਾ ਇੱਕ ਪੁੱਤ ਸਿਆਸਤਦਾਨ ਹੋਵੇ ਤੇ ਦੂਜਾ ਸਰਕਾਰੀ ਅਫਸਰ ਹੋਵੇ ਤਾਂ ਫਿਰ ਵੀ ਉਹ ਬਜ਼ੁਰਗ ਮਾਂ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੁੰਦੀ ਹੈ। ਹਾਲਾਂਕਿ ਅੰਤਿਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਪਹਿਲਾਂ ਤਾਂ ਇੱਕ ਪੁੱਤ ਸਾਹਮਣੇ ਮੀਡੀਆ ਦੇ ਆਉਂਦਾ ਹੀ ਨਹੀਂ, ਪਰ ਬਾਅਦ ਦੇ ਵਿੱਚ ਜ਼ੋਰ ਤੋਂ ਬਾਅਦ ਦਬਾਅ ਪੈਂਦਾ ਹੈ ਤਾਂ ਉਸ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਤੇ ਨਾਲ ਹੀ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ। ਪਰ ਉਸ ਤੋਂ ਬਾਅਦ ਵੀ ਸਰਕਾਰੀ ਅਫਸਰ ਵਾਲਾ ਪੁੱਤ ਯਾਨੀ ਕਿ ਬਲਵਿੰਦਰ ਸਿੰਘ ਤਾਂ ਸਾਹਮਣੇ ਆ ਜਾਂਦਾ ਹੈ, ਪਰ ਸਿਆਸਤਦਾਨ ਜੋ ਕਿ ਇੱਕ ਵਧੀਆ ਪਾਰਟੀ ਨਾਲ ਰਸੂਖ ਰੱਖਦਾ ਹੈ, ਰਾਜਿੰਦਰ ਸਿੰਘ ਰਾਜਾ, ਉਹ ਫਿਰ ਵੀ ਮੀਡੀਆ ਸਾਹਮਣੇ ਨਹੀਂ ਆਉਂਦਾ। ਗੱਲਬਾਤ ਕਰਨ ਦੀ ਸਾਡੇ ਸਹਿਯੋਗੀਆਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਉਹ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦੇ ਨੇ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਪਾਰਟੀ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੱਡਾ ਐਕਸ਼ਨ ਰਾਜਿੰਦਰ ਰਾਜਾ ਦੇ ਖਿਲਾਫ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਸੁਖਦੇਵ ਸਿੰਘ ਢੀਂਡਸਾ ਦਾ ਤਰਕ ਹੈ ਕਿ ਜਿਹੜਾ ਆਗੂ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਘਰੋਂ ਕੱਢ ਸਕਦਾ ਹੈ, ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਤਾਂ ਉਹ ਲੋਕਾਂ ਦੀ ਸੇਵਾ ਕਿੱਥੋਂ ਕਰੇਗਾ। ਇਹ ਤਰਕ ਦੇ ਕੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਰਾਜਿੰਦਰ ਰਾਜਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ, ਜਿਸ ਤੋਂ ਬਾਅਦ ਅੱਜ ਰਾਜਿੰਦਰ ਰਾਜਾ ਮੀਡੀਆ ਦੇ ਸਾਹਮਣੇ ਆਏ ਨੇ ਜਿੱਥੇ ਉਹਨਾਂ ਨੇ ਆਪਣੀ ਗਲਤੀ ਦਾ ਪਛਤਾਵਾ ਕੀਤਾ ਹੈ ਤੇ ਨਾਲ ਹੀ ਉਹਨਾਂ ਇੱਕ ਵਾਰ ਫਿਰ ਮੀਡੀਆ ਤੇ ਇਲਜ਼ਾਮ ਲਗਾਏ ਨੇ, ਲੋਕਾਂ ਤੇ ਇਲਜ਼ਾਮ ਲਗਾਏ ਨੇ ਕਿ ਇਸ ਸਮੇਂ ਮੈਨੂੰ ਲੋਕਾਂ ਦੇ ਸਹਾਰੇ ਦੀ ਲੋੜ ਸੀ, ਮੀਡੀਆ ਦੇ ਵੱਲੋਂ ਸਹਾਰਾ ਨਹੀਂ ਦਿੱਤਾ ਗਿਆ ਬਲਕਿ ਮੇਰੀ ਗੱਲ ਨੂੰ ਉਛਾਲਿਆ ਗਿਆ। ਇਹ ਅਸੀਂ ਨਹੀਂ ਕਹਿ ਰਹੇ, ਖੁਦ ਰਾਜਿੰਦਰ ਰਾਜਾ ਕਹਿ ਰਹੇ ਨੇ। ਜਦੋਂ ਮੀਡੀਆ ਦੇ ਸਾਹਮਣੇ ਆਏ ਉਹਨਾਂ ਨੂੰ ਸਵਾਲਾਂ ਦੀ ਲੜੀ ਕੀਤੀ ਗਈ ਕਿ ਆਖਿਰ ਕਿਉਂ ਤੁਹਾਡੀ ਬਜ਼ੁਰਗ ਮਾਂ ਨੂੰ ਇਸ ਤਰ੍ਹਾਂ ਘਰੋਂ ਕੱਢਿਆ ਗਿਆ, ਕਿਉਂ ਨਹੀਂ ਤੁਹਾਡੇ ਵੱਲੋਂ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਗਿਆ, ਤਾਂ ਰਾਜਿੰਦਰ ਰਾਜਾ ਸਾਫ਼ ਤੌਰ ਤੇ ਕਹਿੰਦੇ ਵਿਖਾਈ ਦਿੱਤੇ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੀ ਮਾਤਾ ਦਾ ਪਤਾ ਹੀ ਨਹੀਂ ਸੀ ਕਿ ਉਹ ਕਿਹੜੇ ਹਾਲਾਤ ਦੇ ਵਿੱਚ ਨੇ, ਘਰ ਦੇ ਅੰਦਰੂਨੀ ਕਲੇਸ਼ ਕਰਕੇ ਉਹਨਾਂ ਨੂੰ ਇਸ ਬਾਬਤ ਕੁਝ ਵੀ ਪਤਾ ਨਹੀਂ ਲੱਗਿਆ। ਤੇ ਦੂਜੇ ਪਾਸੇ ਮੀਡੀਆ ਦੇ ਵੱਲੋਂ ਲੋਕਾਂ ਦੇ ਵੱਲੋਂ ਮੈਨੂੰ ਤਾਂ ਜੋ ਗਲਤ ਬੋਲਿਆ ਜਾ ਰਿਹਾ ਸੋ ਜਾ ਰਿਹਾ, ਪਰ ਨਾਲ ਹੀ ਮੇਰੇ ਪੁੱਤਰਾਂ ਨੂੰ ਮੇਰੀਆਂ ਧੀਆਂ ਨੂੰ ਵੀ ਗਲਤ ਬੋਲਿਆ ਜਾ ਰਿਹਾ। ਯਾਨੀ ਕਿ ਇੱਕ ਵਾਰ ਫਿਰ ਰਾਜਿੰਦਰ ਰਾਜਾ ਨੇ ਕਿਤੇ ਨਾ ਕਿਤੇ ਆਪਣੀ ਗਲਤੀ ਕੁਝ ਕੁ % ਆਪਾਂ ਕਹਿ ਸਕਦੇ ਹਾਂ ਮੰਨੀ, ਪਰ ਦੂਜੇ ਪਾਸੇ ਵੱਡੇ ਇਲਜ਼ਾਮ ਫਿਰ ਲੋਕਾਂ ਤੇ ਲਗਾ ਦਿੱਤੇ ਕਿ ਲੋਕਾਂ ਦੇ ਵੱਲੋਂ ਇਹ ਮੁੱਦਾ ਉਛਾਲਿਆ ਗਿਆ। ਸੋ ਅੱਜ ਇਸ ਲਾਈਵ ਸੈਸ਼ਨ ਦੇ ਰਾਹੀਂ ਤੁਹਾਨੂੰ ਰਾਜਿੰਦਰ ਰਾਜਾ ਜੋ ਕਿ 3-4 ਦਿਨਾਂ ਤੋਂ ਬਾਅਦ ਲਗਾਤਾਰ ਮੀਡੀਆ ਤੋਂ ਬਚਦੇ ਵਿਖਾਈ ਦੇ ਰਹੇ ਸਨ, ਅੱਜ ਮੀਡੀਆ ਸਾਹਮਣੇ ਆਏ ਨੇ। ਉਹਨਾਂ ਦਾ ਇਹ ਬਿਆਨ ਸੁਣਾਵਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਕਹਿੰਦੇ ਵਿਖਾਈ ਦਿੱਤੇ ਕਿ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਤੇ ਦੂਜੇ ਪਾਸੇ ਇਲਜ਼ਾਮ ਇੱਕ ਵਾਰ ਫਿਰ ਉਹ ਲੋਕਾਂ ਤੇ ਮੀਡੀਆ ਤੇ ਲਾਉਂਦੇ ਵਿਖਾਈ ਦਿੱਤੇ। ਆਓ ਤੁਹਾਨੂੰ ਸਭ ਤੋਂ ਪਹਿਲਾਂ ਰਾਜਿੰਦਰ ਰਾਜਾ ਦਾ ਬਿਆਨ ਸੁਣਾਉਂਦੇ ਹਾਂ ਤੇ ਫਿਰ ਨਾਲ ਹੀ ਪਿਛਲੀ ਕਹਾਣੀ ਤੁਹਾਨੂੰ ਦੱਸਾਂਗੇ ਕਿ ਆਖਿਰ ਕੀ ਘਟਨਾਕ੍ਰਮ ਵਾਪਰਿਆ ਸੀ। ਬਿਲਕੁਲ ਹੈ ਜੀ, ਪਛਤਾਵਾ ਕਿਉਂ ਨਹੀਂ ਹੋਊਗਾ, ਮੇਰੀ ਮਾਂ ਸੀ। ਦੇਖੋ ਪਛਤਾਵਾ ਹੈ ਕਿ ਅਗਰ ਮੈਨੂੰ ਪਤਾ ਲੱਗ ਜਾਂਦਾ, ਮੇਰੇ ਭੈਣ ਭਰਾ ਮੈਨੂੰ ਫੋਨ ਕਰ ਦਿੰਦੇ, ਮੈਨੂੰ ਦੱਸ ਦਿੰਦੇ, ਕਿਉਂਕਿ ਮੇਰਾ ਪਿਛਲੇ ਬਹੁਤ ਅਰਸੇ ਤੋਂ ਆਪਦੇ ਭੈਣ ਭਰਾਵਾਂ ਨਾਲ ਪਰਿਵਾਰ ਨਾਲ 1999 ਤੋਂ 30-31 ਸਾਲ ਤੋਂ ਮੇਰਾ ਕੋਈ ਉਹਨਾਂ ਨਾਲ ਵਾਹ ਵਾਸਤਾ ਨਹੀਂ ਹੈ। ਮੈਂ ਅਲੱਗ ਰਹਿੰਦਾ, ਉਹ ਅਲੱਗ ਰਹਿੰਦੇ ਸੀਗੇ। ਅਗਰ ਮੈਨੂੰ ਉਹ ਇੰਨੀ ਗੱਲ ਸੂਚਿਤ ਕਰ ਦਿੰਦੇ ਵੀ ਆਹ ਪ੍ਰੋਬਲਮ ਹੋ ਗਈ ਹੈ ਤੇ ਮੈਂ ਇਹ ਪ੍ਰੋਬਲਮ ਫਿਰ ਨਹੀਂ ਸੀ ਹੋਣ ਦੇਣੀ, ਮੈਂ ਇਸ ਦੁਖਦਾਈ ਹਾਲਤ 'ਚ ਆਪਦੀ ਮਾਂ ਨੂੰ ਨਹੀਂ ਸੀ ਰਹਿਣ ਦੇਣਾ। ਦੋਸ਼ੀ ਤਾਂ ਵੇਖੋ ਭੈਣ ਭਰਾ ਤਾਂ ਮੇਰੇ ਹੈਗੇ ਹੈ, ਕਿਉਂਕਿ ਮੇਰੀ ਮਦਰ 30 ਸਾਲ ਤੋਂ 35 ਸਾਲ ਤੋਂ ਉਹਨਾਂ ਕੋਲ ਰਹਿ ਰਹੀ ਸੀ, ਉਹ ਸਾਰੇ ਦੋਸ਼ੀ ਹੈ। ਪਰ ਮੈਂ ਆਪਦੇ ਆਪ ਨੂੰ ਵੀ ਦੋਸ਼ ਮੁਕਤ ਨਹੀਂ ਕਰਦਾ, ਕਿਉਂ ਮੇਰਾ ਇਹ ਦੋਸ਼ ਜ਼ਰੂਰ ਹੈ ਕਿ ਮੇਰੀ ਮਾਂ ਸੀ। ਹਾਂ ਲੋਕ ਪੁੱਛਣਗੇ, ਲੋਕ ਕਿਉਂ ਨਾ ਪੁੱਛਣਗੇ, ਪਰ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੈ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਸਵਾਲ ਪੁੱਛਣ, ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਜਸਟੀਫਿਕੇਸ਼ਨ ਹੈ ਅਸੀਂ ਉਹ ਦਈਏ। ਪਰ ਮੈਨੂੰ ਇੱਕ ਇਤਰਾਜ਼ ਵੀ ਹੈ। ਇਤਰਾਜ਼ ਮੈਨੂੰ ਇਹ ਹੈ ਕਿ ਦੁਖਦਾਈ ਘਟਨਾ ਵਾਪਰ ਗਈ। ਇਸ ਸਮੇਂ ਮੀਡੀਆ ਤੋਂ ਦੂਸਰੇ ਲੋਕਾਂ ਤੋਂ ਮੈਨੂੰ ਹਮਦਰਦੀ ਦੀ ਲੋੜ ਸੀ, ਨਾ ਕਿ ਲੋਕ ਮੈਨੂੰ ਗਾਲਾਂ ਕੱਢੀ ਜਾਣ, ਮੈਨੂੰ ਮੰਦਾ ਕਹੀ ਜਾਣ, ਜਾਂ ਮੇਰੀ ਬੇਟੀ ਦੇ ਬਾਰੇ 'ਚ ਮੇਰੀ ਬੇਟੀ ਜੋ ਪੂਨਮ ਸਿੰਘ SDM PCS ਹੈ, ਉਹ SDM ਫਰੀਦਕੋਟ ਹੈ, ਉਹਦੇ ਬਾਰੇ ਕੋਈ ਗੱਲਾਂ ਕਰਨ
ਦੇਖੋ ਮੇਰੇ ਭਰਾ ਬਾਰੇ ਕਰਨ ਗੱਲ ਸਮਝ ਪੈਂਦੀ ਹੈ, ਮੇਰੇ ਬਾਰੇ ਵੀ ਕਰਨ, ਹਾਲਾਂਕਿ ਮੈਂ ਦੋਸ਼ੀ ਨਹੀਂ ਹੈ ਇਸ ਕੰਮ ਵਿੱਚ, ਪਰ ਮੇਰੇ ਬਾਰੇ ਵੀ ਕਰਨ ਤਾਂ ਵੀ ਮੈਂ ਬਰਦਾਸ਼ਤ ਕਰ ਲੂੰਗਾ, ਮੇਰੀਆਂ ਭੈਣਾਂ ਬਾਰੇ ਕਰਨ ਤਾਂ ਵੀ ਬਰਦਾਸ਼ਤ ਕਰ ਲੂੰਗਾ, ਪਰ ਪੁੱਤ ਪੋਤੇ ਪੜੋਤਿਆਂ ਉਹਨਾਂ ਬਾਰੇ ਦੇਖੋ ਇਹ ਕੋਈ ਮੀਡੀਆ ਦਾ ਕੋਈ ਲੋਕਾਂ ਦਾ ਵੀ ਚੰਗਾ ਰੋਲ ਨਹੀਂ ਹੈ। ਬਿਲਕੁਲ ਹੈਗਾ ਪਛਤਾਵਾ, ਕਿਉਂ ਨਹੀਂ ਰਹੂਗਾ ਜੀ। ਮੇਰੀ ਮਾਂ ਸੀ ਜਦੋਂ ਵੀ ਮੈਂ ਉਸ ਮੌਕੇ ਉਸ ਮਕਾਮ ਤੇ ਮੈਂ ਨਹੀਂ ਪਹੁੰਚ ਸਕਿਆ, ਮੈਨੂੰ ਸੂਚਿਤ ਨਹੀਂ ਕੀਤਾ ਗਿਆ, ਪਰ ਜਿਹੜੀ ਸਾਡੇ ਪਰਿਵਾਰ ਦੀ ਇਸ ਤਰ੍ਹਾਂ ਦੀ ਲੜਾਈ ਸੀ, ਦਫੇੜ ਸੀ, ਇਹ ਸਾਰਾ ਕੁਝ ਉਹਦਾ ਪ੍ਰਤੀਕਰਮ ਹੈ। ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਰਾਜਿੰਦਰ ਰਾਜਾ ਆਪਣੀ ਸਫਾਈ ਦਿੰਦੇ ਵਿਖਾਈ ਦਿੱਤੇ, 3 ਦਿਨਾਂ ਤੋਂ ਬਾਅਦ ਮੀਡੀਆ ਸਾਹਮਣੇ ਆਏ ਨੇ ਤੇ ਕੀ ਕੁਝ ਕਿਹਾ ਉਹਨਾਂ ਨੇ। ਸੋ ਹੁਣ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਮੁਕਤਸਰ ਸਾਹਿਬ ਤੋਂ ਸੋਨੂ ਖੇੜਾ ਜੁੜੇ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ 3 ਦਿਨਾਂ ਤੋਂ ਬਾਅਦ ਰਾਜਿੰਦਰ ਰਾਜਾ ਮੀਡੀਆ ਸਾਹਮਣੇ ਆਏ ਨੇ। ਜੀ ਸੋਨੂ, ਕਿਸ ਤਰ੍ਹਾਂ ਕੀ ਮਾਮਲਾ ਹੈ ਸਾਰਾ, ਕਿ ਜਿਸ ਤਰ੍ਹਾਂ ਲੰਮੇ ਸਮੇਂ ਤੋਂ ਬਚਦੇ ਵਿਖਾਈ ਦੇ ਰਹੇ ਸਨ ਰਾਜਿੰਦਰ ਰਾਜਾ, ਪਰ ਹੁਣ ਸਾਹਮਣੇ ਆਏ ਨੇ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਬਜ਼ੁਰਗ ਮਾਤਾ ਜੋ ਮਹਿੰਦਰ ਕੌਰ, ਉਹਨਾਂ ਦੇ 2 ਬੇਟੇ ਹਨ। ਇੱਕ ਰਾਜਵਿੰਦਰ ਸਿੰਘ ਰਾਜਾ ਜੀ ਹੈ ਜੋ ਨਾਲ, ਇੱਕ ਬਲਵਿੰਦਰ ਸਿੰਘ ਜੋ ਸਾਈ ਵਿਭਾਗ ਦਾ ਅਧਿਕਾਰੀ ਹੈ, ਇਹ ਵੀ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਰਹੇ ਆ ਜੀ। ਦੋਨੇ ਜਿਹੜੇ ਭਰਾ ਪਹਿਲਾਂ ਤੋਂ ਮੀਡੀਆ ਤੋਂ ਬਚਦੇ ਨਜ਼ਰ ਆਏ ਸੀ। ਫਿਰ ਇੱਕ ਬਲਵਿੰਦਰ ਭਰਾ ਪਹਿਲਾਂ ਜਿਹੜਾ ਮੀਡੀਆ ਸਾਹਮਣੇ ਆਇਆ, ਫਿਰ ਜਿਹੜਾ ਕੱਲ ਜਿਹੜਾ ਰਾਜਵਿੰਦਰ ਸਿੰਘ ਰਾਜਾ ਜਿਹੜਾ ਮੀਡੀਆ ਸਾਹਮਣੇ ਆਇਆ। ਰਾਜਵਿੰਦਰ ਰਾਜਾ ਜੀ ਦਾ ਕਹਿਣਾ ਹੈ ਕਿ 1999 ਤੋਂ ਅਸੀਂ ਅਲੱਗ ਰਹਿ ਰਹੇ ਇਸ ਪਰਿਵਾਰ ਤੋਂ। ਇਸ ਤੇ ਕਹਾਵਤ ਇਹੀ ਟੁਕਦੀ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ। ਇੱਥੇ ਨਾਲ ਇਹੀ ਦਿਖਿਆ ਨਜ਼ਰ ਆਇਆ ਰਾਜਵਿੰਦਰ ਰਾਜਾ ਦੀਆਂ ਜੇ ਗੱਲਾਂ ਬਾਤਾਂ ਤੋਂ, ਜਿਹੜਾ ਮੀਡੀਆ ਸਾਹਮਣੇ ਇਹਨਾਂ ਨੇ ਬਿਆਨ ਦਿੱਤਾ। ਇਹਨਾਂ ਨੇ ਕਹਿਣਾ ਸੀ ਕਿ ਮੈਂ ਵੱਖ ਰਹਿ ਰਿਹਾ ਸੀ ਤੇ ਉਹ ਵੱਖ ਰਹਿ ਰਿਹਾ ਸੀ, ਪਰ ਜੇ ਦੇਖਿਆ ਜਾਵੇ ਮਾਂ ਦੋਨਾਂ ਦੀ ਸੀ, ਮਮਤਾ ਦੋਨਾਂ ਦੀ ਸੀ। ਮਾਂ ਨੇ 9 ਮਹੀਨੇ ਉਹਨੂੰ ਵੀ ਪੇਟ 'ਚ ਰੱਖਿਆ ਤੇ ਇਹਨਾਂ ਨੂੰ ਵੀ ਪੇਟ 'ਚ ਰੱਖਿਆ, ਪਰ ਇਹਨਾਂ ਜਿਹੜਾ ਬਿਆਨ ਇਹਨਾਂ ਨੇ ਦਿੱਤਾ ਬਹੁਤ ਗਲਤ ਆ। ਜੀ ਬਿਲਕੁਲ ਜੀ ਸੋਨੂੰ, ਬਿਲਕੁਲ ਇੱਕ ਮਾਂ ਦੇ ਵੱਲੋਂ ਬਿਲਕੁਲ ਨਹੀਂ ਇਹ ਵੇਖਿਆ ਜਾਂਦਾ ਕਿ ਉਹਨਾਂ ਦਾ ਵੱਡਾ ਪੁੱਤ ਕਿੱਦਾਂ ਦਾ ਹੈ, ਨਿੱਕਾ ਪੁੱਤ ਕਿੱਦਾਂ ਦਾ। ਮਾਂ ਤਾਂ ਬਰਾਬਰ ਹੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਪਰ ਕੀ ਤੁਹਾਨੂੰ ਇਸ ਬਾਬਤ ਕੋਈ ਜਾਣਕਾਰੀ ਹੈ ਕਿ ਆਖਿਰ ਇਹਨਾਂ ਦੋਵਾਂ ਭਰਾਵਾਂ ਦੇ ਵਿਚਕਾਰ ਕੋਈ ਲੜਾਈ ਸੀ ਜਾਂ ਕੋਈ ਹੋਰ ਕਾਰਨ ਸੀ ਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਜੀ ਪ੍ਰਾਪਰਟੀ ਦਾ ਜਿਹੜਾ ਮਾਮਲਾ ਸੀ, ਜੇ ਪ੍ਰਾਪਰਟੀ ਜਿਹੜੀ ਇੱਕ ਨੇ ਇੱਕ ਦਾ ਹਿੱਸਾ ਨਹੀਂ ਦਿੱਤਾ, ਉਸ ਕਰਕੇ ਇਹਨਾਂ 'ਚ ਵਿਵਾਦ ਚੱਲ ਰਿਹਾ ਸੀ, ਉਸ ਤੋਂ ਅਲੱਗ ਰਹਿ ਰਹੇ ਸੀ। ਜੀ ਬਿਲਕੁਲ, ਹੁਣ ਇਸ ਬਾਬਤ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੈ? ਕਿਉਂਕਿ ਜੇਕਰ ਆਪਾਂ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਕੁਝ ਹੋਰ ਬਿਆਨ ਦੇ ਰਹੇ ਨੇ, ਜਦ ਅੱਜ 3-4 ਦਿਨਾਂ ਬਾਅਦ ਰਾਜਿੰਦਰ ਰਾਜਾ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਸਾਰੀ ਕਹਾਣੀ ਹੀ ਪਲਟ ਕੇ ਰੱਖ ਦਿੱਤੀ ਗਈ ਹੈ ਕਿ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਉਹਨਾਂ ਦੀ ਬਜ਼ੁਰਗ ਮਾਂ ਕਿੱਥੇ ਰਹਿ ਰਹੀ ਹੈ। ਕੀ ਇਹ ਐਕਸ਼ਨ ਜੀ ਜੇ ਤੁਹਾਨੂੰ ਦੱਸਣਾ ਚਾਹਾਂਗੇ, ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਮਾਂ ਨਾਲੋਂ ਪੈਸਾ ਹੀ ਮੁੱਖ ਰੱਖਿਆ, ਕਿਉਂਕਿ ਜੇ ਤੁਹਾਨੂੰ ਵੰਡ ਨਹੀਂ ਮਿਲੀ, ਜੀ ਜੇ ਤੁਹਾਡਾ ਹਿੱਸਾ ਨਹੀਂ ਮਿਲਿਆ, ਤੁਸੀਂ ਮਾਂ ਨੂੰ ਤਾਂ ਨਹੀਂ ਛੱਡ ਦੇਣਾ। ਮਾਂ ਨੇ ਤੁਹਾਨੂੰ ਪੜਾਇਆ, ਭੁੱਖਾ ਰਹਿ ਕੇ ਦਿਹਾੜੀਆਂ ਕਰਕੇ, ਦੱਸਿਆ ਜਾ ਰਿਹਾ ਮਾਤਾ ਨੇ ਦਿਹਾੜੀਆਂ ਵੀ ਕੀਤੀਆਂ, ਉਹਨਾਂ ਨੇ ਤੁਹਾਨੂੰ ਅਧਿਕਾਰੀ ਬਣਾਇਆ। ਪਰ ਇਹਨਾਂ ਦਾ ਦੇਖੋ ਜਿਹੜਾ ਬਿਆਨ ਇਹਨਾਂ ਨੇ ਰਾਜਵਿੰਦਰ ਰਾਜਾ ਨੇ ਦਿੱਤਾ ਕਿ ਮੈਂ 1999 ਤੋਂ ਲੱਗ ਰਹਿ ਰਿਹਾ, ਪਰ ਲੱਗ ਰਿਹਾ ਜਿਸ ਟਾਈਮ ਤੁਹਾਨੂੰ ਅਧਿਕਾਰੀ ਬਣਵਾਇਆ ਜਾਂ ਸਰਕਾਰੀ ਨੌਕਰੀ ਤੇ ਲਾਇਆ, ਕਰਵਾਈ, ਮਾਤਾ ਨੇ ਆਪ ਭੁੱਖੇ ਰਹਿ ਕੇ ਦਿਹਾੜੀਆਂ ਕਰਕੇ ਤੁਹਾਨੂੰ ਇਸ ਮੁਕਾਮ ਤੇ ਪਹੁੰਚਾਇਆ, ਤੁਸੀਂ ਉਸ ਨੂੰ ਛੱਡ ਦੋਗੇ, ਇਸ ਤਰ੍ਹਾਂ ਸੜਕਾਂ ਤੇ ਰੋਣ ਲਈ ਮਜਬੂਰ ਕਰ ਦੋਗੇ? ਜੀ ਬਿਲਕੁਲ, ਤੁਸੀਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਹੀ ਰਾਜਿੰਦਰ ਰਾਜਾ ਸਾਹਮਣੇ ਆਏ ਨੇ। ਸੋ ਤੁਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ, ਮੁਹੱਲਾ ਨਿਵਾਸੀਆਂ ਨਾਲ ਵੀ, ਤਾਂ ਉਹ ਕੀ ਕਹਿ ਰਹੇ ਨੇ? ਮੁਹੱਲਾ ਵਾਸੀਆਂ ਤਾਂ ਜਿਹੜੇ ਮੁਹੱਲਾ ਨਿਵਾਸੀ ਆ ਉਹ ਜ਼ਿਆਦਾ ਦੋਸ਼ ਜਿਹੜਾ ਪੁੱਤਾਂ ਨਹੀਂ ਦੇ ਰਹੇ, ਕਿਉਂਕਿ ਉਹ ਤੇ ਰਖਵਾਲਾ ਸੀ। ਉਹਨਾਂ ਨੂੰ ਕਿਉਂ ਨਹੀਂ ਦੇ ਰਹੇ? ਕਿਉਂਕਿ ਉਹ ਇੱਕ ਗਰੀਬ ਘਰਾਣੇ ਤੋਂ ਸੀ, ਉਹ 4000 ਰੁਪਇਆ 2000 ਰੁਪਇਆ ਉਹਨੂੰ ਦਿੰਦੇ ਪਏ ਸੀ। ਉਸਨੇ ਇਹਨਾਂ ਨੂੰ ਫੋਨ ਵੀ ਦਿੱਤੀਆਂ, ਉਹਨਾਂ ਕੋਲ ਰਿਕਾਰਡਿੰਗ ਵੀ, ਇਸ ਵਿੱਚ ਸਬੂਤ ਵੀ ਹੈ ਉਹਨਾਂ ਕੋਲ। ਫੋਨ ਵੀ ਕਰਦਾ ਰਿਹਾ ਇਹਨਾਂ ਨੂੰ, ਕਹਿੰਦਾ ਰਿਹਾ ਕਿ ਤੁਸੀਂ ਆ ਜਾਓ, ਮੇਰੇ ਕੋਲ ਪਾਲਣ ਪੋਸ਼ਣ ਨਹੀਂ ਹੁੰਦਾ, ਨਾ ਮੇਰੇ ਕੋਲ ਦਵਾਈ ਜੋਗੇ ਪੈਸੇ ਆ, ਮੈਂ ਕਿਹਾ ਉਹਨਾਂ ਕੋਲ ਮੇਰੇ ਕੋਲ ਤੁਸੀਂ ਖਰਚਾ ਦੇ ਰਹੇ ਹੋ ਜਿੰਨਾ ਕੁ ਮੈਂ ਘਰ ਦਾ ਗੁਜ਼ਾਰਾ ਕਰ ਸਕਾਂ। ਗੁਜ਼ਾਰਾ ਉਸਦਾ ਵਿਚਾਰਾ ਜਿਹੜਾ ਰਖਵਾਲਾ ਸੀ, ਉਹ ਮੰਗ ਕੇ ਵੀ ਗਲੀਆਂ ਵਿੱਚੋਂ ਘਰ ਦਾ ਗੁਜ਼ਾਰਾ ਚਲਾਉਂਦਾ। ਜੀ ਬਿਲਕੁਲ ਸੋਨੂੰ, ਜਦੋਂ ਉਹਨਾਂ ਬਜ਼ੁਰਗ ਮਾਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਸਮੇਂ ਵੀ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਸੀ ਕਿ ਆਖਿਰ ਤੁਸੀਂ ਰਾਜਿੰਦਰ ਰਾਜਾ ਨਾਲ ਗੱਲਬਾਤ ਕਰੋ ਕਿ ਆਖਿਰ ਉਹਨਾਂ ਦਾ ਇਸ ਵਿਸ਼ੇ ਨੂੰ ਲੈ ਕੇ ਕੀ ਕਹਿਣਾ, ਤਾਂ ਉਸ ਸਮੇਂ ਉਹ ਕੀ ਕਹਿੰਦੇ ਵਿਖਾਈ ਦਿੱਤੇ ਸਨ? ਰਾਜਵਿੰਦਰ ਰਾਜਾ ਜੀ ਕਹਿੰਦੇ ਜੀ ਮੈਂ ਤਾਂ 1999 ਤੋਂ ਲੱਗ ਰਹਿ ਰਿਹਾ ਤੇ ਹੁਣ ਜਿਹੜਾ ਵੀ ਮੈਨੂੰ ਦੋਸ਼ੀ ਨਾ ਕਿਹਾ ਜਾਵੇ, ਮੇਰੇ ਭਰਾਵਾਂ ਨੂੰ ਦੋਸ਼ੀ ਕਹਿਲਾਇਆ ਜਾਵੇ, ਨਾ ਮੇਰੇ ਬੇਟੀਆਂ ਨੂੰ ਕੁਝ ਕਿਹਾ ਜਾਵੇ, ਕਿਉਂਕਿ ਲੋਕ ਸਾਨੂੰ ਲਾਹਨਤਾਂ ਪਾਈ ਜਾਂਦੇ ਆ। ਸਾਡਾ ਕੋਈ ਕਸੂਰ ਨਹੀਂ। ਦੇਖੋ ਕਸੂਰ ਤਾਂ ਇਹਨਾਂ ਦੇ ਵੀ ਹੈ, ਕਿਉਂਕਿ ਚਾਹੇ ਪੋਤਰੀ ਲਾ ਲਓ ਚਾਹੇ ਬੇਟਾ ਲਾ ਲਓ, ਕਿਸੇ ਆਫੀਸਰ ਦੇ ਜੇ ਮਾਂ ਨਾ ਤੁਹਾਨੂੰ ਪੜਾਉਂਦੀ, ਤੁਸੀਂ ਗਾਂ ਕਿਵੇਂ ਪਹੁੰਚਦੇ? ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਹੁਣ ਜੋ ਬਜ਼ੁਰਗ ਮਾਤਾ ਮਹਿੰਦਰ ਕੌਰ, ਉਹਨਾਂ ਦੇ ਪੁੱਤਰ ਜੋ ਇੱਕ ਸਿਆਸਤਦਾਨ ਨੇ, ਉਹ ਰਾਜਿੰਦਰ ਰਾਜਾ ਮੀਡੀਆ ਦੇ ਮੁਖਾਤਿਬ ਆਏ ਨੇ, ਜਿੱਥੇ ਉਹਨਾਂ ਸਾਫ਼ ਤੌਰ ਤੇ ਗੱਲ ਆਖੀ ਹੈ ਕਿ ਸਾਰਾ ਕਸੂਰ ਹੀ ਉਹਨਾਂ ਦੇ ਭਰਾ ਦਾ ਹੈ, ਯਾਨੀ ਕਿ ਜਿਹੜਾ
ਭਰਾ ਸਰਕਾਰੀ ਅਫਸਰ ਹੈ ਉਸ ਨੂੰ ਕਸੂਰਵਾਰ ਦੱਸ ਰਹੇ ਨੇ ਰਾਜਾ ਰਾਜਿੰਦਰ, ਅਤੇ 3 ਦਿਨਾਂ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਏ ਨੇ ਤੇ ਉਲਟਾ ਲੋਕਾਂ ਤੇ ਹੀ ਇਲਜ਼ਾਮ ਲਾਉਂਦੇ ਵਿਖਾਈ ਦੇ ਰਹੇ ਨੇ ਕਿ ਲੋਕਾਂ ਦੇ ਵੱਲੋਂ ਉਹਨਾਂ ਦੀ ਗੱਲ ਨੂੰ ਉਛਾਲਿਆ ਗਿਆ ਅਤੇ ਉਹ ਲੰਮੇ ਸਮੇਂ ਤੋਂ ਹੀ ਅਲੱਗ ਰਹਿ ਰਹੇ ਸਨ। ਦੱਸਿਆ ਜਾ ਰਿਹਾ ਕਿ ਜ਼ਮੀਨ ਦਾ ਵਿਵਾਦ ਸੀ, ਜਿਸ ਕਰਕੇ ਅਕਸਰ ਹੀ ਅਸੀਂ ਆਪਣੇ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਮਾਵਾਂ ਆਪਣੀ ਹੱਡ ਭੰਨਵੀਂ ਕਮਾਈ ਕਰਦੀਆਂ ਨੇ, ਜਿਸ ਤਰ੍ਹਾਂ ਕਿ ਬਜ਼ੁਰਗ ਮਾਂ ਮਹਿੰਦਰ ਕੌਰ ਦੇ ਵੱਲੋਂ ਕੀਤੀ ਗਈ। ਆਪਣਾ ਪਰਿਵਾਰ ਨੂੰ ਵੀ ਸਮੇਟਿਆ ਗਿਆ, ਕੰਮਕਾਰ ਵੀ ਕੀਤਾ ਗਿਆ, ਦਿਹਾੜੀਆਂ ਕਰ ਕਰਕੇ ਲੋਕਾਂ ਦੀਆਂ ਮਿਹਨਤਾਂ ਤਰਲੇ ਕਰਕੇ ਵਧੀਆ ਪੈਸਾ ਕਮਾਇਆ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਿ ਉਹਨਾਂ ਦੇ ਬੱਚੇ ਇੱਕ ਵਧੀਆ ਮੁਕਾਮ ਹਾਸਲ ਕਰ ਲੈਣ। ਬੱਚੇ ਵਧੀਆ ਮੁਕਾਮ ਹਾਸਲ ਕਰ ਲਿਆ, ਵੱਡੇ ਅਫਸਰਾਂ ਬਣ ਚੁੱਕੇ, ਪਰ ਇਹ ਸਭ ਦੇ ਬਾਵਜੂਦ ਉਸ ਮਾਂ ਦੇ ਨਾਲ ਦੂਰਦਰਸ਼ਾ ਕੀਤੀ ਗਈ ਅਤੇ ਉਹ ਮਾਂ ਜਿਸ ਨੇ ਕਿ 9 ਮਹੀਨੇ ਆਪਣੇ ਦੋਵਾਂ ਪੁੱਤਾਂ ਨੂੰ ਪੇਟ 'ਚ ਰੱਖਿਆ, ਉਹਨਾਂ ਦਾ ਵਧੀਆ ਪਾਲਣ ਪੋਸ਼ਣ ਕੀਤਾ, ਵਧੀਆ ਇੱਕ ਡਿਗਰੀ ਦਿੱਤੀ, ਇੱਕ ਵਧੀਆ ਮੁਕਾਮ ਹਾਸਲ ਕਰਵਾਇਆ, ਪਰ ਉਹ ਪੁੱਤ ਹੀ ਅੱਜ ਆਪਣੀ ਮਾਂ ਨੂੰ ਵਿਸਾਰਦੇ ਵਿਖਾਈ ਦਿੱਤੇ। ਤੇ ਇਸ ਘਟਨਾ ਨੇ ਇਨਸਾਨੀਅਤ ਨੂੰ ਇੱਕ ਵਾਰ ਸ਼ਰਮਸਾਰ ਕਰ ਦਿੱਤਾ ਹੈ ਕਿ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਤਾ ਕੋ ਮਾਤਾ ਨਹੀਂ ਹੋ ਸਕਦੀ, ਕਿਉਂਕਿ ਮਾਂ ਪਿਓ ਆਪਣੀ ਸਾਰੀ ਜ਼ਿੰਦਗੀ ਲਗਾ ਦਿੰਦੇ ਨੇ ਬੱਚਿਆਂ ਦੇ ਉੱਤੇ, ਪਰ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਹੈ ਮਾਪਿਆਂ ਨੂੰ ਸਹਾਰਾ ਦੇਣ ਦੀ ਤਾਂ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਬੱਚੇ ਆਪ ਮੂੰਹ ਫੇਰ ਲੈਂਦੇ ਨੇ। ਸੋ ਵਿਦਿਆਰਥੀਆਂ ਨੂੰ, ਬੱਚਿਆਂ ਨੂੰ, ਪੁੱਤਾਂ ਨੂੰ, ਧੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਮਾਪਿਓ ਇੱਕ ਰੱਬ ਬਣ ਕੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਜਦੋਂ ਉਹ ਬਜ਼ੁਰਗ ਹੋਣ ਤਾਂ ਅਸੀਂ ਵੀ ਉਹਨਾਂ ਦਾ ਸਹਾਰਾ ਬਣੀਏ, ਨਾ ਕਿ ਉਹਨਾਂ ਨੂੰ ਘਰੋਂ ਬਾਹਰ ਕੱਢੀਏ। ਸੋ ਜੇਕਰ ਸਿਆਸਤਦਾਨ ਹੀ, ਸਰਕਾਰੀ ਅਫਸਰ ਹੀ ਅਜਿਹੀਆਂ ਗਲਤੀਆਂ ਕਰਨਗੇ ਤਾਂ ਅਸੀਂ ਦੂਜੇ ਲੋਕਾਂ ਤੋਂ ਕੀ ਆਸ ਰੱਖ ਸਕਦੇ ਹਾਂ। ਸੋ ਰਾਜਿੰਦਰ ਰਾਜਾ ਦਾ ਬਿਆਨ ਤੁਹਾਨੂੰ ਸੁਣਾਇਆ, ਹੁਣ ਤੁਹਾਨੂੰ ਇਸੇ ਬਜ਼ੁਰਗ ਮਾਂ ਦੇ ਦੂਜੇ ਪੁੱਤਰ ਜੋ ਕਿ ਸਰਕਾਰੀ ਅਫਸਰ ਹੈ ਉਹਨਾਂ ਦਾ ਬਿਆਨ ਸੁਣਾਉਂਦੇ ਹਾਂ ਕਿ ਕੀ ਕਹਿਣਾ ਹੈ ਬਲਵਿੰਦਰ ਸਿੰਘ ਦਾ। ਬਾਰ-ਬਾਰ ਤੁਹਾਨੂੰ ਬੇਨਤੀ ਕਰ ਰਿਹਾ, ਮੇਰਾ ਬਿਨਾਂ ਰੋਟੀ ਲੈਣ ਆਇਆ ਹੈ ਕਿਸੇ ਬਸ ਸਰ 1 ਮਿੰਟ ਦਾ ਕੰਮ, 1 ਮਿੰਟ ਦਾ ਕੰਮ, ਇੱਕ ਆ ਜਾਓ ਸਰ, 1 ਮਿੰਟ ਦੀ ਗੱਲ ਰਹੇਗੀ। ਤੁਸੀਂ ਮੈਨੂੰ ਜਾਣਦੇ ਹੋ ਅੱਛੀ ਤਰ੍ਹਾਂ? ਹਾਂ ਮੈਂ ਅੱਛੀ ਤਰ੍ਹਾਂ ਜਾਣਦਾ ਵੀਰੇ। ਬਾਈ ਜੀ ਅਸੀਂ ਆਵਾਜ਼ ਮਾਰੀ, 1 ਮਿੰਟ ਕਰ ਲੈਂਦੇ, ਐ ਨਾ ਕਰੋ ਯਾਰ, ਦੂਜਿਆਂ ਨੂੰ ਖਰਾਬ ਨਾ ਕਰੋ। ਬਾਬਰ ਜੀ ਪੁੱਛੋ ਢੁੱਡੀ ਸਾਹਿਬ। ਹਾਂਜੀ ਸਰ, ਕੀ ਨਾਂ ਜੀ? ਬਲਵਿੰਦਰ ਨਾਮ ਹੈ। ਬਲਵਿੰਦਰ ਜੀ, ਕੀ ਕਾਰਨ ਹੋਇਆ ਜਿਹੜਾ ਮਾਤਾ ਨੂੰ ਤੁਸੀਂ 2 ਸਾਲ ਜਾਂ 1.5 ਸਾਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਨਹੀਂ, ਹੋ? ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਜੀ, ਇਹ ਜੀ ਕੋਈ ਗੱਲ ਨਹੀਂ ਕਿ ਮੈਂ ਉਹਨੂੰ ਧੱਕੇ ਨਾਲ ਘਰੋਂ ਕੱਢਤਾ। ਮੈਂ ਉਹ ਬੰਦੇ ਨੂੰ ਰੱਖਿਆ, ਪੈਸੇ ਦੇ ਕੇ ਰੱਖਿਆ, ਬਿਲਕੁਲ ਠੀਕ ਹੈ ਜੀ। ਮੇਰੀ ਵਾਈਫ ਲੈ ਸਕਦੀ ਹੈ 1.5 ਸਾਲ ਤੋਂ ਜੀ, ਤੁਹਾਨੂੰ ਮੈਂ ਦੱਸ ਸਕਦਾ, ਉਹਦੀਆਂ ਰਿਪੋਰਟਾਂ ਦੇ ਸਕਦਾ। ਲੇਕਿਨ ਜਿਸ ਤਰ੍ਹਾਂ ਕਿ ਹੁਣ ਕੰਡੀਸ਼ਨ ਦੇਖੀ ਗਈ ਸੀ ਮਾਤਾ ਦੀ, ਜਿਹੜੇ ਤੁਸੀਂ ਕੇਅਰ ਟੇਕਰ ਬਣਾ ਕੇ ਰੱਖਿਆ ਸੀ, ਉਹਨੇ ਵੀ ਮਾਤਾ ਨੂੰ 2 ਛੋਟੀ ਜੀ ਕਹਿ ਸਕਦੇ ਕੇਅਰ ਕੀਤੀ, ਪਰ ਮੇਰਾ ਦੋਸ਼ ਹੋਈ ਤੇ ਇਹ ਵੀ ਮੈਂ ਉਹਨੂੰ ਕੋਈ ਦੋਸ਼ ਨਹੀਂ ਦੇ ਸਕਦਾ ਜੀ। ਸਰ ਤੁਸੀਂ ਉੱਥੇ ਜਾ ਕੇ ਨਹੀਂ ਆਉਂਦੇ ਸੀ, ਕਦੇ ਦੇਖਿਆ ਨਹੀਂ ਮਾਤਾ ਜਾਂਦਾ ਜੀ? ਸੀ, ਬਿਲਕੁਲ ਜਾਂਦਾ ਸੀ, ਬਿਲਕੁਲ ਜਾਂਦਾ। ਅਖੀਰਲੀ ਵਾਰੀ ਕਦੋਂ ਗਏ ਸੀ? ਅਖੀਰਲੀ ਵਾਰੀ 4 ਦਿਨ ਪਹਿਲਾਂ ਮੈਂ ਗਿਆ ਸੀ। ਉਦੋਂ ਮਾਤਾ ਕਿਵੇਂ ਸੀ? ਉਦੋਂ ਠੀਕ ਸੀ। ਸਿਰ 'ਚ ਕੀੜੇ ਦੇਖੇ ਸੀ ਉਦੋਂ? ਨਹੀਂ, ਉਦੋਂ ਇਹੋ ਜਿਹਾ ਕੁਝ ਨਹੀਂ ਸੀ। ਮਾਤਾ ਉਸ ਚੁੱਲ੍ਹੇ ਜਿਹੇ 'ਚ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸੀ ਬੁਰਜ ਜਿਹਾ, ਉਹ ਬਾਅਦ ਚ ਉਹਨੇ ਬਣਾਇਆ ਜੀ, ਬਾਅਦ ਚ ਉਹਨੇ ਜੋ ਗਲਤੀ ਕੀਤੀ ਹੈ ਉਹਨੇ ਕੀਤੀ ਹੈ, ਠੀਕ ਹੈ, ਪਰ ਮੈਂ ਉਹਦੇ ਲਈ ਆਪਦੇ ਆਪ ਨੂੰ ਵੀ ਮਾਫ ਨਹੀਂ ਕਰਦਾ, ਕਿਉਂਕਿ ਮੈਂ ਉਹਦੇ ਕੋਲ ਛੱਡਿਆ ਨਾ। ਸਰ ਅੱਜ ਡੈਥ ਦੀ ਸੂਚਨਾ ਪੁਲਿਸ ਨੂੰ ਕਿਉਂ ਨਹੀਂ ਦਿੱਤੀ ਗਈ? ਉਸ ਨੂੰ ਸੂਚਨਾ ਨਹੀਂ ਦੇ ਪਾਇਆ ਮੈਂ, ਮੈਨੂੰ ਪਤਾ ਹੈਗਾ ਮੈਂ ਨਹੀਂ ਗਲਤ ਗੱਲ। ਸੰਸਕਾਰ ਦੀ ਵੀ ਕਾਹਲੀ ਕੀਤੀ ਜੀ, 3 ਘੰਟੇ ਬਾਅਦ ਹੀ ਫੁੱਲ ਬਿਲਕੁਲ ਚੁੱਕੇ। ਕਾਹਲੀ ਨਹੀਂ ਕੀਤੀ ਜੀ। 12 ਵਜੇ ਸੰਸਕਾਰ ਸੀ, 3 ਵਜੇ ਫੁੱਲ ਚੁੱਕੇ ਦੱਸਿਆ ਜਾ ਰਿਹਾ ਜੀ। 4 ਵਜੇ ਉਹ ਗੈਸ ਵਾਲੀ ਭੱਠੀ ਤੇ ਉਹਨਾਂ ਨੇ ਸਾਨੂੰ ਕਹਿਤਾ ਵੀ ਗੈਸ ਵਾਲੀ ਭੱਠੀ ਤੋਂ 4 ਘੰਟੇ ਬਾਅਦ ਚੁੱਕੇ ਜਾ ਸਕਦੇ। ਠੀਕ ਹੈ, ਲੇਕਿਨ ਕਿੰਨੇ ਬ੍ਰਦਰ ਹੋ ਜੀ ਸਰ ਤੁਸੀਂ? 2 ਬ੍ਰਦਰ ਹੈ। ਤੁਹਾਡੇ ਨਾਲ ਉਹਨਾਂ ਦਾ ਕੋਈ ਤਾਲਮੇਲ ਬ੍ਰਦਰ ਦਾ? ਮੇਰੇ ਨਾਲ ਉਹਨਾਂ ਦੀ ਕੋਈ ਲੜਾਈ ਝਗੜਾ ਵੀ ਨਹੀਂ ਹੈਗਾ ਜੀ, ਬਹੁਤਾ ਮੇਰੇ ਨਾਲ ਤਾਲਮੇਲ ਵੀ ਨਹੀਂ ਹੈਗਾ ਜੀ। ਕਿੰਨੇ ਬੱਚੇ ਜੀ ਅੱਜ ਤੁਹਾਡੇ? ਜਦੋਂ ਮੈਂ ਉਹਨੂੰ ਫੋਨ ਕੀਤਾ ਉਦੋਂ ਆ ਗਿਆ। ਬੱਚੇ ਕਿੰਨੇ ਤੁਹਾਡੇ? 2 ਬੱਚੇ ਹੈ ਜੀ ਮੇਰੇ, ਇੱਕ ਬੇਟੀ ਹੈ ਉਹ ਮੈਰਿਡ ਹੈ, ਇੱਕ ਬੇਟਾ ਛੋਟਾ ਉਸ ਵਾਸਤੇ। ਤੁਹਾਡੇ ਬ੍ਰਦਰ ਸਰ ਦੇ ਤੁਹਾਡੇ ਕਿੰਨੇ ਕਿੰਨੇ ਤੁਸੀਂ ਬ੍ਰਦਰ ਦੇਖੋ, ਬ੍ਰਦਰ ਲਈ ਮੈਨੂੰ ਕੋਈ ਸਵਾਲ ਨਾ ਕਰੋ ਬਾਰ-ਬਾਰ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਜੀ, ਠੀਕ ਹੈ। ਉਹਦੀ ਆਪਦੀ ਜ਼ਿੰਦਗੀ ਹੈ ਜੀ, ਮੇਰੀ ਆਪਦੀ ਜ਼ਿੰਦਗੀ। ਤੁਹਾਡੇ ਬੱਚੇ ਕੀ ਕੰਮ ਕਰਦੇ ਆ ਜੀ? ਮੇਰੀ ਬੇਟੀ ਵਿਆਹੀ ਹੋਈ ਹੈ ਜੀ, ਕੋਈ ਜੌਬ ਨਹੀਂ ਕਰਦੀ। ਬੇਟਾ ਮੇਰਾ ਛੋਟਾ ਜੀ, 2004 ਦਾ ਹੀ ਬਰਥ ਉਹਦਾ। ਸਰ ਤੁਸੀਂ ਕਿਹੜੇ ਡਿਪਾਰਟਮੈਂਟ 'ਚ? ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜਾ ਪੁੱਤ ਸਰਕਾਰੀ ਅਫਸਰ ਹੈ ਉਹ ਆਪਣੀ ਗਲਤੀ ਕਿਤੇ ਨਾ ਕਿਤੇ ਮੰਨਦਾ ਵਿਖਾਈ ਦਿੱਤਾ ਤੇ ਆਪਣਾ ਫਰਜ਼ ਨਿਭਾਉਂਦਾ ਹੋਇਆ ਅਖੀਰਲੇ ਸਮੇਂ ਬਜ਼ੁਰਗ ਮਾਂ ਦੇ ਕੋਲ ਪਹੁੰਚਦਾ ਹੈ ਤੇ ਉਸ ਦਾ ਅੰਤਿਮ ਸੰਸਕਾਰ ਉਸ ਸਰਕਾਰੀ ਅਫਸਰ ਬਲਵਿੰਦਰ ਸਿੰਘ ਦੇ ਵੱਲੋਂ ਕੀਤਾ ਜਾਂਦਾ ਹੈ। ਪਰ ਫਿਰ ਇਸ ਦੇ ਬਾਵਜੂਦ ਵੀ ਜੋ ਸਿਆਸਤਦਾਨ ਹੈ ਰਾਜਿੰਦਰ ਰਾਜਾ, ਉਹ ਫਿਰ ਵੀ ਸਾਹਮਣੇ ਨਹੀਂ ਆਉਂਦਾ। ਦਬਾਅ ਪਾਇਆ ਜਾਂਦਾ ਹੈ ਕਿ ਇਹ ਮਾਮਲਾ ਮੀਡੀਆ ਦੇ ਵਿੱਚ ਉਜਾਗਰ ਨਾ ਹੋਵੇ ਅਤੇ ਇਸ ਦੇ ਲਈ ਬਕਾਇਦਾ ਜਿੱਥੇ ਛੇਤੀ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ, ਉੱਥੇ ਹੀ ਦੂਜੇ ਪਾਸੇ 3 ਘੰਟਿਆਂ ਦੇ ਵਿੱਚ ਹੀ ਅਸਥੀਆਂ ਚੁੱਕ ਲਈਆਂ ਜਾਂਦੀਆਂ ਨੇ। ਤੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਐਡੀ ਵੱਡੀ ਘਟਨਾ ਵਾਪਰਦੀ ਹੈ ਪਰ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸੂਚਨਾ ਨਹੀਂ ਦਿੱਤੀ ਜਾਂਦੀ। ਫਿਰ ਵੀ ਜੱਗ ਦੇ ਕੋਲੋਂ ਕੁਝ ਨਹੀਂ ਲੁਕਦਾ ਕਿ ਮੀਡੀਆ ਦੀ ਤੀਜੀ ਅੱਖ ਤੋਂ ਅੱਜ ਤੱਕ ਕੁਝ ਵੀ ਲੁਕਿਆ ਨਹੀਂ ਹੈਗਾ। ਤੇ ਹੁਣ ਜੋ ਰਾਜਿੰਦਰ ਰਾਜਾ ਨੇ ਮੀਡੀਆ ਸਾਹਮਣੇ ਆਏ ਨੇ, ਇਸ ਦਾ ਇੱਕੋ ਇੱਕ ਕਾਰਨ ਹੈ ਕਿਉਂਕਿ
ਉਹ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਸੰਬੰਧਿਤ ਸਨ। ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਘਟਨਾਕ੍ਰਮ ਬਾਰੇ ਪਤਾ ਲੱਗਦਾ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਰਾਜਿੰਦਰ ਰਾਜਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਤੇ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਲੋਕਾਂ ਨੇ ਮੈਨੂੰ ਸਾਥ ਦਿੱਤਾ, ਮੈਂ ਨਵੀਂ ਪਾਰਟੀ ਬਣਾਈ, ਮੈਂ ਪੰਜਾਬ ਨੂੰ ਅਕਾਲੀ ਦਲ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ ਤੇ ਜੇਕਰ ਮੇਰੀ ਪਾਰਟੀ ਦੇ ਵਿੱਚ ਅਜਿਹੇ ਆਗੂ ਮੌਜੂਦ ਹੋਣਗੇ ਜੋ ਕਿ ਆਪਣੇ ਬਜ਼ੁਰਗ ਮਾਪਿਆਂ ਦੀ ਸਾਰ ਨਹੀਂ ਲੈ ਰਹੇ, ਉਹਨਾਂ ਦੀ ਵਧੀਆ ਕਾਰਜ ਨਹੀਂ ਕਰ ਰਹੇ, ਉਹਨਾਂ ਨਾਲ ਮਾੜਾ ਵਤੀਰਾ ਕਰ ਰਹੇ ਨੇ ਤੇ ਅਜਿਹੇ ਲੋਕ ਜੋ ਅਜਿਹੇ ਆਗੂ ਨੇ ਉਹ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਕਰਨਗੇ। ਸੋ ਇਹ ਸਭ ਤਰਕ ਦਿੰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਰਾਜਿੰਦਰ ਰਾਜਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ। ਪਾਰਟੀ ਤੋਂ ਬਾਹਰ ਕੱਢਣ ਤੋਂ ਬਾਅਦ ਰਾਜਿੰਦਰ ਰਾਜਾ ਮੀਡੀਆ ਦੇ ਸਾਹਮਣੇ ਆਉਂਦੇ ਨੇ, ਜਿੱਥੇ ਉਹ ਸਾਫ਼ ਤੌਰ ਤੇ ਕਹਿੰਦੇ ਵਿਖਾਈ ਦਿੰਦੇ ਨੇ ਕਿ ਉਹਨਾਂ ਦੇ ਭਰਾਵਾਂ ਨਾਲ ਕੋਈ ਵੀ ਬੋਲਚਾਲ ਨਹੀਂ ਹੈਗੀ, ਲੜਾਈ ਚੱਲ ਰਹੀ ਹੈ, ਕਾਫੀ ਲੰਮੇ ਸਮੇਂ ਤੋਂ ਉਹ ਉਹਨਾਂ ਤੋਂ ਅਲੱਗ ਰਹਿ ਰਹੇ ਨੇ ਤੇ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਬਜ਼ੁਰਗ ਮਾਤਾ ਕਿੱਥੇ ਰਹਿ ਰਹੀ ਹੈ, ਕਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤੇ ਨਾਲ ਹੀ ਜੋ ਹੈ ਉਹ ਇਹ ਵੀ ਕਹਿੰਦੇ ਵਿਖਾਈ ਦਿੰਦੇ ਨੇ ਕਿ ਲੋਕਾਂ ਦੇ ਵੱਲੋਂ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਓ ਤੁਹਾਨੂੰ ਇੱਕ ਵਾਰ ਫਿਰ ਤੋਂ ਆਗੂ ਰਾਜਿੰਦਰ ਰਾਜਾ ਦਾ ਇਹ ਬਿਆਨ ਸੁਣਾਉਂਦੇ ਹਾਂ। ਬਿਲਕੁਲ ਹੈ ਜੀ, ਪਛਤਾਵਾ ਕਿਉਂ ਨਹੀਂ ਹੋਊਗਾ, ਮੇਰੀ ਮਾਂ ਸੀ। ਦੇਖੋ ਪਛਤਾਵਾ ਹੈ ਕਿ ਅਗਰ ਮੈਨੂੰ ਪਤਾ ਲੱਗ ਜਾਂਦਾ, ਮੇਰੇ ਭੈਣ ਭਰਾ ਮੈਨੂੰ ਫੋਨ ਕਰ ਦਿੰਦੇ, ਮੈਨੂੰ ਦੱਸ ਦਿੰਦੇ, ਕਿਉਂਕਿ ਮੇਰਾ ਪਿਛਲੇ ਬਹੁਤ ਅਰਸੇ ਤੋਂ ਆਪਦੇ ਭੈਣ ਭਰਾਵਾਂ ਨਾਲ, ਪਰਿਵਾਰ ਨਾਲ 1999 ਤੋਂ 30-31 ਸਾਲ ਤੋਂ ਮੇਰਾ ਕੋਈ ਉਹਨਾਂ ਨਾਲ ਵਾਹ ਵਾਸਤਾ ਨਹੀਂ ਹੈ। ਮੈਂ ਅਲੱਗ ਰਹਿੰਦਾ, ਉਹ ਅਲੱਗ ਰਹਿੰਦੇ ਸੀਗੇ। ਅਗਰ ਮੈਨੂੰ ਉਹ ਇੰਨੀ ਗੱਲ ਸੂਚਿਤ ਕਰ ਦਿੰਦੇ ਵੀ ਆਹ ਪ੍ਰੋਬਲਮ ਹੋ ਗਈ ਹੈ ਤੇ ਮੈਂ ਇਹ ਪ੍ਰੋਬਲਮ ਫਿਰ ਨਹੀਂ ਸੀ ਹੋਣ ਦੇਣੀ, ਮੈਂ ਇਸ ਦੁਖਦਾਈ ਹਾਲਤ ਜਿਆਦੀ ਮਾਂ ਨੂੰ ਨਹੀਂ ਸੀ ਰਹਿਣ ਦੇਣਾ। ਦੋਸ਼ੀ ਤਾਂ ਵੇਖੋ ਭੈਣ ਭਰਾ ਤਾਂ ਮੇਰੇ ਹੈਗੇ ਹੀ ਹੈ, ਕਿਉਂਕਿ ਮੇਰੀ ਮਦਰ 30 ਸਾਲ ਤੋਂ 35 ਸਾਲ ਤੋਂ ਉਹਨਾਂ ਕੋਲ ਰਹਿ ਰਹੀ ਸੀ, ਉਹ ਸਾਰੇ ਦੋਸ਼ੀ ਹੈ। ਪਰ ਮੈਂ ਆਪਦੇ ਆਪ ਨੂੰ ਵੀ ਦੋਸ਼ ਮੁਕਤ ਨਹੀਂ ਕਰਦਾ, ਕਿਉਂ ਮੇਰਾ ਇਹ ਦੋਸ਼ ਜ਼ਰੂਰ ਹੈ ਕਿ ਮੇਰੀ ਮਾਂ ਸੀ। ਹਾਂ ਲੋਕ ਪੁੱਛਣਗੇ, ਲੋਕ ਕਿਉਂ ਨਾ ਪੁੱਛਣਗੇ, ਪਰ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੈ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਸਵਾਲ ਪੁੱਛਣ, ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਜਸਟੀਫਿਕੇਸ਼ਨ ਹੈ ਅਸੀਂ ਉਹ ਦਈਏ। ਪਰ ਮੈਨੂੰ ਇੱਕ ਇਤਰਾਜ਼ ਵੀ ਹੈ। ਇਤਰਾਜ਼ ਮੈਨੂੰ ਇਹ ਹੈ ਕਿ ਦੁਖਦਾਈ ਘਟਨਾ ਵਾਪਰ ਗਈ। ਇਸ ਸਮੇਂ ਮੀਡੀਆ ਤੋਂ, ਦੂਸਰੇ ਲੋਕਾਂ ਤੋਂ ਮੈਨੂੰ ਹਮਦਰਦੀ ਦੀ ਲੋੜ ਸੀ, ਨਾ ਕਿ ਲੋਕ ਮੈਨੂੰ ਗਾਲਾਂ ਕੱਢੀ ਜਾਣ, ਮੈਨੂੰ ਮੰਦਾ ਕਹੀ ਜਾਣ, ਜਾਂ ਮੇਰੀ ਬੇਟੀ ਦੇ ਬਾਰੇ 'ਚ, ਮੇਰੀ ਬੇਟੀ ਜੋ ਪੂਨਮ ਸਿੰਘ SDM PCS ਹੈ, ਉਹ SDM ਫਰੀਦਕੋਟ ਹੈ, ਉਹਦੇ ਬਾਰੇ ਕੋਈ ਗੱਲਾਂ ਕਰਨ। ਦੇਖੋ ਮੇਰੇ ਭਰਾ ਬਾਰੇ ਕਰਨ, ਗੱਲ ਸਮਝ ਪੈਂਦੀ ਹੈ, ਮੇਰੇ ਬਾਰੇ ਵੀ ਕਰਨ, ਹਾਲਾਂਕਿ ਮੈਂ ਦੋਸ਼ੀ ਨਹੀਂ ਹੈ ਇਸ ਕੰਮ ਵਿੱਚ, ਪਰ ਮੇਰੇ ਬਾਰੇ ਵੀ ਕਰਨ ਤਾਂ ਵੀ ਮੈਂ ਬਰਦਾਸ਼ਤ ਕਰ ਲੂੰਗਾ, ਮੇਰੀਆਂ ਭੈਣਾਂ ਬਾਰੇ ਕਰਨ ਤਾਂ ਵੀ ਬਰਦਾਸ਼ਤ ਕਰ ਲੂੰਗਾ, ਪਰ ਪੁੱਤ ਪੋਤੇ ਪੜੋਤਿਆਂ ਉਹਨਾਂ ਬਾਰੇ ਦੇਖੋ ਇਹ ਕੋਈ ਮੀਡੀਆ ਦਾ, ਕੋਈ ਲੋਕਾਂ ਦਾ ਵੀ ਚੰਗਾ ਰੋਲ ਨਹੀਂ ਹੈਗਾ। ਬਿਲਕੁਲ ਹੈਗਾ ਪਛਤਾਵਾ, ਕਿਉਂ ਨਹੀਂ ਰਹੂਗਾ ਜੀ। ਮੇਰੀ ਮਾਂ ਸੀ, ਜਦੋਂ ਵੀ ਮੈਂ ਉਸ ਮੌਕੇ ਉਸ ਮਕਾਮ ਤੇ ਮੈਂ ਨਹੀਂ ਪਹੁੰਚ ਸਕਿਆ, ਮੈਨੂੰ ਸੂਚਿਤ ਨਹੀਂ ਕੀਤਾ ਗਿਆ, ਪਰ ਜਿਹੜੀ ਸਾਡੇ ਪਰਿਵਾਰ ਦੀ ਇਸ ਤਰ੍ਹਾਂ ਦੀ ਲੜਾਈ ਸੀ, ਦਫੇੜ ਸੀ, ਇਹ ਸਾਰਾ ਕੁਝ ਉਹਦਾ ਪ੍ਰਤੀਕਰਮ ਹੈ। ਆਪਣੀ ਸਫਾਈ ਦੇ ਵਿੱਚ ਆਗੂ ਰਾਜਿੰਦਰ ਰਾਜਾ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਜੇਕਰ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਤਾਂ ਇੰਨੀ ਛੇਤੀ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ, ਪੁਲਿਸ ਨੂੰ ਇਸ ਦੀ ਸੂਚਨਾ ਕਿਉਂ ਨਹੀਂ ਦਿੱਤੀ ਗਈ ਤੇ ਅੰਤਿਮ ਸੰਸਕਾਰ ਤੋਂ 3 ਘੰਟਿਆਂ ਦੇ ਬਾਅਦ ਹੀ ਅਸਥੀਆਂ ਚੁੱਕ ਲਈਆਂ ਜਾਂਦੀਆਂ ਨੇ ਤਾਂ ਇੰਨੀ ਕਾਹਲੀ ਕਿਉਂ ਕੀਤੀ ਗਈ, ਇਹ ਵੱਡੇ ਸਵਾਲ ਨੇ। ਦੂਜੇ ਪਾਸੇ ਇਲਾਕਾ ਨਿਵਾਸੀ ਇਹ ਕਹਿੰਦੇ ਵਿਖਾਈ ਦੇ ਰਹੇ ਨੇ ਕਿ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ, ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਸਨ। ਸੋ ਜੇਕਰ ਰਾਜਿੰਦਰ ਰਾਜਾ ਤੇ ਬਲਵਿੰਦਰ ਸਿੰਘ ਨੂੰ ਇਸ ਬਾਬਤ ਕੋਈ ਜਾਣਕਾਰੀ ਨਹੀਂ ਸੀ ਤਾਂ ਉਹ ਧਮਕੀਆਂ ਕਿਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ, ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਰਾਜਿੰਦਰ ਰਾਜਾ ਤੇ ਬਲਵਿੰਦਰ ਸਿੰਘ ਨੂੰ ਦੇਣੇ ਹੀ ਪੈਣਗੇ। ਸੋ ਸੁਪਰੀਮ ਕੋਰਟ ਨੇ ਵੀ ਹਾਲ ਹੀ ਦੇ ਵਿੱਚ ਇਹੀ ਤਰਕ ਦਿੱਤਾ ਸੀ ਕਿ ਆਖਿਰ ਪੁੱਤ ਉਦੋਂ ਤੱਕ ਪੁੱਤ ਹੁੰਦੇ ਨੇ ਜਦੋਂ ਤੱਕ ਉਹਨਾਂ ਦੇ ਵਿਆਹ ਨਹੀਂ ਹੋ ਜਾਂਦੇ ਤੇ ਧੀਆਂ ਹਮੇਸ਼ਾ ਹੀ ਧੀਆਂ ਰਹਿੰਦੀਆਂ ਨੇ। ਸੋ ਇਹ ਜੋ ਸੁਪਰੀਮ ਕੋਰਟ ਨੇ ਗੱਲ ਆਖੀ ਸੀ, ਇਸ ਘਟਨਾ ਨੂੰ ਵੇਖ ਕੇ ਸੱਚ ਹੁੰਦੀ ਵਿਖਾਈ ਦੇ ਰਹੀ ਹੈ ਕਿ ਇੱਕ ਬਜ਼ੁਰਗ ਮਾਂ ਨੇ ਦਿਨ ਰਾਤ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲਿਆ, ਆਪਣੇ ਪੁੱਤਾਂ ਨੂੰ ਵਧੀਆ ਰੋਟੀ ਪਾਣੀ ਖਵਾਇਆ, ਵਧੀਆ ਵਿੱਦਿਆ ਹਾਸਲ ਕਰਵਾਈ ਤਾਂ ਕਿ ਉਹਨਾਂ ਦੇ ਪੁੱਤਰ ਸਮਾਜ ਦੇ ਵਿੱਚ ਇੱਕ ਚੰਗੇ ਇਨਸਾਨ ਬਣ ਸਕਣ। ਮਾਂ ਨੇ ਤਾਂ ਆਪਣਾ ਸਾਰਾ ਫਰਜ਼ ਨਿਭਾ ਦਿੱਤਾ, ਪਰ ਸ਼ਾਇਦ ਪੁੱਤ ਆਪਣਾ ਫਰਜ਼ ਨਿਭਾਉਣਾ ਭੁੱਲ ਗਏ ਅਤੇ ਜ਼ਮੀਨਾਂ ਕਰਕੇ, ਜ਼ਮੀਨ ਦੀ ਲੜਾਈ ਕਰਕੇ ਆਪਣੀ ਮਾਂ ਨੂੰ ਹੀ ਭੁੱਲ ਗਏ ਅਤੇ ਜਿਸ ਕਾਰਨ ਇਹ ਨਿਕਲਿਆ ਨਤੀਜਾ ਕਿ ਮਾਂ ਇੱਕ 2-2 ਫੁੱਟ ਗਾਰੇ ਦੀਆਂ ਕੰਧਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋਈ। ਸਿਰ ਦੇ ਵਿੱਚ ਕੀੜੇ ਪੈ ਚੁੱਕੇ ਸਨ। ਸਮਾਜ ਸੇਵੀਆਂ ਵੱਲੋਂ ਇਸ ਬਜ਼ੁਰਗ ਮਾਂ ਨੂੰ ਮੁਕਤਸਰ ਤੋਂ ਫਰੀਦਕੋਟ ਰੈਫਰ ਕੀਤਾ ਜਾਂਦਾ ਹੈ। ਮਾਂ ਦਾ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਰਕਾਰੀ ਅਫਸਰ ਬਲਵਿੰਦਰ ਸਿੰਘ ਉਹਨਾਂ ਦਾ ਪੁੱਤ ਉਹ ਸਾਹਮਣੇ ਆਉਂਦਾ ਹੈ।
ਉਸ ਦੇ ਵੱਲੋਂ ਆਪਣੇ ਮਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਮੀਡੀਆ ਤੋਂ ਫਿਰ ਵੀ ਬਚਦਾ ਹੈ, ਪਰ ਫਿਰ ਵੀ ਉਸ ਤੋਂ ਬਾਅਦ ਦਬਾਅ ਪੈਂਦਾ ਹੈ ਤਾਂ ਉਹ ਮੀਡੀਆ ਸਾਹਮਣੇ ਆਪਣੀ ਗਲਤੀ ਮੰਨਦਾ ਹੈ। ਪਰ ਦੂਜੇ ਪਾਸੇ ਰਾਜਿੰਦਰ ਰਾਜਾ ਤਾਂ ਮੀਡੀਆ ਸਾਹਮਣੇ ਆਉਂਦੇ ਹੀ ਨਹੀਂ। ਜਦੋਂ ਪਾਰਟੀ ਦੇ ਵੱਲੋਂ ਉਹਨਾਂ ਦੀ ਖੁਦ ਦੀ ਪਾਰਟੀ ਦੇ ਵੱਲੋਂ ਇਹ ਕਾਰਵਾਈ ਉਹਨਾਂ ਖਿਲਾਫ ਕੀਤੀ ਜਾਂਦੀ ਹੈ, ਪਾਰਟੀ ਤੋਂ ਬਾਹਰ ਕੱਢਿਆ ਜਾਂਦਾ ਹੈ, ਤਾਂ ਉਹ ਮੀਡੀਆ ਸਾਹਮਣੇ ਆਉਂਦੇ ਨੇ ਅਤੇ ਇਹ ਕਹਿੰਦੇ ਵਿਖਾਈ ਦਿੰਦੇ ਨੇ ਆਪਣੀ ਸਫਾਈ ਦੇ ਵਿੱਚ ਕਿ ਉਹਨਾਂ ਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਇੱਕ ਮਾਂ ਦੇ ਬਾਰੇ ਆਪਣੇ ਪੁੱਤਾਂ ਨੂੰ ਪਤਾ ਨਾ ਹੋਵੇ ਜਾਂ ਪੁੱਤ ਜੋ ਹੈ ਚਾਹੇ ਜਿੱਥੇ ਮਰਜ਼ੀ ਹੋਣ ਆਪਣੇ ਪਰਿਵਾਰ ਦੀ ਸਾਰ ਨਾ ਲੈਣ ਤਾਂ ਅਜਿਹਾ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ। ਇਹ ਇੱਕ ਤਰ੍ਹਾਂ ਦੀ ਅੱਤ ਕਥਨੀ ਆਪਾਂ ਕਹਿ ਸਕਦੇ ਹਾਂ। ਸੋ ਹੁਣ ਵੇਖਣਾ ਹੋਵੇਗਾ ਕਿ ਇਹ ਘਟਨਾਕ੍ਰਮ ਜਿਸ ਨੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ, ਇਹ ਹੁਣ ਕਿਹੜਾ ਨਵਾਂ ਮੋੜ ਲੈਂਦਾ ਹੈ ਕਿ ਜੇਕਰ ਸਿਆਸਤਦਾਨ ਹੀ ਅਜਿਹੇ ਮਾੜਾ ਵਤੀਰਾ ਆਪਣੀਆਂ ਮਾਵਾਂ ਨਾਲ ਕਰਨਗੇ ਤਾਂ ਉਹ ਦੂਜਿਆਂ ਨੂੰ ਕੀ ਨਸੀਹਤਾਂ ਦੇਣਗੇ। ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਪੁੱਤਾਂ ਦੇ ਖਿਲਾਫ ਜਾਂ ਤੁਹਾਡੇ ਇਸ ਘਟਨਾਕ੍ਰਮ ਨੂੰ ਲੈ ਕੇ ਕੀ ਵਿਚਾਰ ਨੇ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ, ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ।